ਰੱਬ ਚਿੜੀਆਂ ਕੋਲੋਂ ਵੀ ਬਾਜ਼ ਮਰਵਾ ਦਿੰਦਾ ਤੇ ਗਰੀਬ ਦੇ ਹੱਥੋਂ ਵੀ ਵੱਡੇ ਵੱਡੇ ਕੰਮ ਕਰਵਾ ਦਿੰਦਾ। ਉਹਨੂੰ ਵੀ ਯਕੀਨ ਨਹੀਂ ਆਉਂਦਾ ਕਿ ਇਹ ਕੰਮ ਮੈਂ ਕਿਸ ਤਰ੍ਹਾਂ ਕਰਨਾ ਹੈ। ਉਹਨੂੰ ਬਜ਼ੁਰਗ ਮਿਲਦੇ ਸੀ ਜਵਾਨ ਨੂੰ ਤੇ ਉਹ ਬੜਾ ਪਰੇਸ਼ਾਨ ਆਇਆ ਕਿ ਬਜ਼ੁਰਗ ਮੈਨੂੰ ਕਿਉਂ ਮਿਲਦੇ ਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਜਵਾਨ ਕਹਿੰਦਾ ਮੈਂ ਦਿਹਾੜੀਦਾਰ ਬੰਦਾ, ਮੇਰੇ 3 ਬੱਚੇ ਨੇ। ਕਹਿੰਦਾ ਜਿਹੜੀ ਦਿਹਾੜ ਲਾਈ ਦੀ ਹੈ ਸ਼ਾਮੀ ਬੱਚਿਆਂ ਵਾਸਤੇ ਲੈ ਵੀ ਦੀ ਹੈ ਕੋਈ ਨਾ ਕੋਈ ਸਬਜ਼ੀ, ਤੇ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ। ਕਹਿੰਦਾ ਇੱਕ ਜਗ੍ਹਾ ਤੇ ਮੈਂ ਦਿਹਾੜ ਲਾਣ ਗਿਆ ਤੇ ਉਹ ਬੰਦਾ ਬੜਾ ਚੰਗਾ ਸੀ, ਮੈਨੂੰ ਪੁੱਛਦਾ ਕਿ ਕਿੰਨੇ ਬੱਚੇ ਨਹੀਂ ਤੇ ਕਿਸ ਤਰ੍ਹਾਂ ਗੁਜ਼ਾਰਾ ਹੁੰਦੀ। ਕਹਿੰਦਾ ਮੈਂ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਹੈ, ਬਸ ਕੀ ਕਰੀਏ, ਜਿਸ ਤਰ੍ਹਾਂ ਰੱਬ ਦੇਗਾ ਉਸੇ ਤਰ੍ਹਾਂ ਹੀ ਗੁਜ਼ਾਰਾ ਕਰਨਾ ਹੈ। ਕਹਿੰਦਾ ਉਸ ਬੰਦੇ ਨੇ 3000 ਰੁਪਇਆ ਮੈਨੂੰ ਫालतू ਕੱਢ ਕੇ ਦੇਤਾ। ਕਹਿੰਦਾ ਅੱਜ ਤੱਕ ਮੈਨੂੰ ਕਿਸੇ ਬੰਦੇ ਨੇ ਫालतू ਪੈਸੇ ਨਹੀਂ ਸੀ ਦਿੱਤੇ। ਕਹਿੰਦਾ ਮੈਂ ਬੜਾ ਖੁਸ਼ ਹੋਇਆ, ਉਹਨੂੰ ਦੁਆਵਾਂ ਦਿੱਤੀਆਂ। ਕਹਿੰਦਾ ਮੈਂ ਸਾਈਕਲ ਲਿਆ ਜਿਸ ਵੇਲੇ ਪਿਛਲੇ ਟਾਈਮ ਨਾਲ ਘਰ ਆਇਆ। ਕਹਿੰਦਾ ਘਰ ਆ ਕੇ ਮੈਂ ਜਨਾਨੀ ਨੂੰ ਦੱਸਿਆ ਕਿ ਇਸ ਤਰ੍ਹਾਂ ਮੈਨੂੰ 3000 ਰੁਪਇਆ ਉਸ ਬੰਦੇ ਨੇ ਫालतू ਦਿੱਤਾ। ਕਹਿੰਦਾ ਜਨਾਨੀ ਬੜੀ ਖੁਸ਼ ਹੋਈ, ਕਹਿੰਦੀ ਹੈ ਕਿ ਇੰਜ ਕਰੋ ਅੱਜ ਬੱਚੇ ਜਿਹੜੀ ਚੀਜ਼ ਆਖਦੇ ਨਾ ਉਹ ਇਹਨਾਂ ਨੂੰ ਲਿਆ ਦਿਓ ਤੇ ਇਹ ਖਾ ਲੈਣ। ਕਹਿੰਦਾ ਮੈਂ ਕਿਹਾ ਠੀਕ ਹੈ ਚੱਲ ਜਿਸ ਤਰ੍ਹਾਂ ਤੂੰ ਆਖ ਨਹੀਂ ਹੈ। ਕਹਿੰਦਾ ਮੈਂ ਬੱਚਿਆਂ ਨੂੰ ਪੁੱਛਿਆ ਦੱਸੋ ਕੀ ਖਾਣਾ ਹੈ, ਉਹ ਕਹਿੰਦੇ ਜੀ ਅਸਾਂ ਕਬਾਬ ਤੇ ਟਿੱਕੇ ਖਾਣੇ ਨੇ। ਕਹਿੰਦਾ ਮੈਂ ਕਿਹਾ ਠੀਕ ਹੈ ਮੈਂ ਜਾ ਕੇ ਲੈ ਆਉਣਾ। ਕਹਿੰਦਾ ਨਹਾਉਂਦਿਆਂ ਧੋਂਦਿਆਂ ਮੈਨੂੰ ਟਾਈਮ ਹੋ ਗਿਆ ਤੇ ਸ਼ਾਮ ਹੋ ਗਈ ਸੀ, ਹਨੇਰਾ ਪੈ ਗਿਆ ਸੀ। ਉਹ ਕਹਿੰਦੇ ਨੇ ਅੱਬੂ ਜਲਦੀ ਲੈ ਕੇ ਆਓ, ਸਾਨੂੰ ਤੇ ਭੁੱਖ ਲੱਗੀ ਹੈ। ਕਹਿੰਦਾ ਚੰਗਾ ਭਲਾ ਹਨੇਰਾ ਪੈ ਗਿਆ ਅਸੀਂ ਹੁਣ। ਕਹਿੰਦਾ ਮੈਂ ਬਾਹਰ ਸਾਈਕਲ ਕੱਢਿਆ। ਕਹਿੰਦਾ ਸਾਈਕਲ ਕੱਢ ਕੇ ਜੂੰ ਥੋੜਾ ਜਿਹਾ ਮੈਂ ਸਾਈਕਲ ਆਪਣੀ ਗਲੀ ਚਲਾਇਆ ਤੇ ਪਿੱਛੋਂ ਅਚਾਨਕ ਆਵਾਜ਼ ਆਈ ਹੈ ਆ ਪੁੱਤਰ ਮੈਨੂੰ ਵੀ ਨਾਲ ਲੈ ਚੱਲ। ਕਹਿੰਦਾ ਮੈਂ ਯਕਦਮ ਸਾਈਕਲ ਰੋਕਿਆ, ਪਿੱਛੇ ਤੱਕਿਆ ਤੇ ਬੰਦੇ ਹੀ ਕੋਨਾ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ, ਪਿੱਛੇ ਤੇ ਬੰਦੇ ਹੀ ਕੋਈ ਨਹੀਂ, ਆਵਾਜ਼ ਮੈਨੂੰ ਕਿੱਥੋਂ ਆ ਗਿਆ ਬਜ਼ੁਰਗਾਂ ਦੀ। ਕਹਿੰਦਾ ਅਚਾਨਕ ਮੈਂ ਸੋਚਿਆ ਕਿ ਜ਼ਰੂਰ ਕਿਸੇ ਨੇ ਆਪਣੇ ਘਰੋਂ ਮੈਨੂੰ ਜਾਣ ਕੇ ਸ਼ਰਾਰਤ ਕੀਤੀ ਹੈ, ਆਵਾਜ਼ ਮਾਰੀ ਹੈ ਤੇ ਕੋਈ ਨਹੀਂ। ਕਹਿੰਦਾ ਮੈਂ ਸਾਈਕਲ ਚਲਾਈ, ਜੂੰ ਮੈਂ ਫੇਰ ਮੋੜ ਮੁੜਿਆ ਤੇ ਫੇਰ ਮੈਨੂੰ ਆਵਾਜ਼ ਆਈ। ਉਹਨੇ ਕਿਹਾ ਪੁੱਤਰ ਮੈਂ ਤੇਰੇ ਮਗਰ ਦੌੜਨਾ ਪਿਆ ਤੇ ਮੈਨੂੰ ਵੀ ਬਿਠਾ ਕੇ ਨਾਲ ਲੈ ਜਾ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ, ਮੈਨੂੰ ਨਜ਼ਰ ਪਿੱਛੋਂ ਕੋਈ ਸ਼ੈ ਨਾ ਆਵੇ ਤੇ ਆਵਾਜ਼ ਮੈਨੂੰ ਪੀ ਆਵੇ। ਕਹਿੰਦਾ ਥੋੜਾ ਜਿਹਾ ਅੱਗੇ ਜਾ ਕੇ ਫੇਰ ਇਸੇ ਤਰ੍ਹਾਂ ਆਵਾਜ਼ ਆਈ। ਕਹਿੰਦਾ ਮੈਂ ਮੁੜ ਕੇ ਦੇਖਿਆ ਤੇ ਹਨੇਰੇ 'ਚ ਇੱਕ ਚਿੱਟੀ ਜੀ ਚੀਜ਼ ਮੈਨੂੰ ਨਜ਼ਰ ਆਈ, ਲੇਕਿਨ ਮੈਨੂੰ ਸਮਝ ਨਾ ਆਵੇ। ਕਹਿੰਦਾ ਮੈਨੂੰ ਬੜਾ ਖੌਫ ਪੈ ਗਿਆ ਕਿ ਮੇਰੇ ਨਾਲ ਹੁੰਦਾ ਕੀ ਹੈ ਪਿਆ। ਕਹਿੰਦਾ ਉਤੋਂ ਗਲੀ 'ਚ ਵੀ ਕੋਈ ਬੰਦਾ ਨਹੀਂ ਸੀ ਹੈ। ਕਹਿੰਦਾ ਮੁੜ ਕੇ ਦੇਖਦਾ ਕੋਈ ਬੰਦਾ ਨਜ਼ਰ ਹੀ ਨਹੀਂ ਆਉਂਦਾ। ਕਹਿੰਦਾ ਮੈਂ ਫਿਰ ਸਾਈਕਲ ਤੇਜ਼ ਕੀਤਾ ਘਬਰਾ ਕੇ। ਕਹਿੰਦਾ ਅਚਾਨਕ ਜਿਹੜਾ ਨਾ ਉਹ ਬਜ਼ੁਰਗ ਜਿਹੜੇ ਨੇ ਮੇਰੇ ਸਾਈਕਲ ਦੇ ਪਿੱਛੇ ਬਹਿ ਗਏ। ਉਹਨਾਂ ਆਖਿਆ ਪੁੱਤਰ ਕੀ ਗੱਲ ਹੈ, ਮੈਂ ਬੜੀ ਮੁਸ਼ਕਿਲ ਨਾਲ ਦੌੜ ਕੇ ਤੇਰੇ ਸਾਈਕਲ ਤੱਕ ਪਹੁੰਚਿਆ ਤੇ ਤੂੰ ਕਿੱਧਰ ਲੈ ਕੇ ਪਿਆ ਜਾਣੇ। ਕਹਿੰਦਾ ਸਾਈਕਲ ਵਾਕਈ ਬੜਾ ਭਾਰਾ ਹੋ ਗਿਆ ਸੀ। ਕਹਿੰਦਾ ਮੈਨੂੰ ਆਵਾਜ਼ ਆ ਰਹੀ, ਜੋ ਮੈਂ ਪਿੱਛੋਂ ਦੇਖਿਆ ਤੇ ਪਿੱਛੇ ਤੇ ਬੰਦੇ ਹੀ ਕੋਈ ਨਹੀਂ ਸੀ। ਕਹਿੰਦਾ ਮੇਰੇ ਸਮਝ ਨਾ ਆਵੇ ਕਿ ਮੈਂ ਹੁਣ ਕੀ ਕਰਾਂ ਇੱਥੇ। ਕਹਿੰਦਾ ਮੇਰਾ ਦਿਲ ਕਰੇ ਕਿ ਮੈਂ ਘਰ ਵਾਪਸ ਟੁਰ ਜਾ, ਲੇਕਿਨ ਕਹਿੰਦਾ ਮੈਂ ਕਿਹਾ ਹੁਣ ਬੱਚਿਆਂ ਨੇ ਆਖਿਆ ਇੱਕ ਵਾਰੀ ਜਾਂ ਤੇ ਸਹੀ। ਕਹਿੰਦਾ ਬੜੀ ਮੁਸ਼ਕਿਲ ਨਾਲ ਉੱਥੇ ਇੱਕ ਦੁਕਾਨ ਸੀ, ਉੱਥੇ ਲਾਈਟ ਬਲਦੀ ਸੀ ਪਈ, ਉੱਥੇ ਮੈਂ ਪਹੁੰਚਿਆ ਤੇ ਉਹ ਕਹਿੰਦਾ ਭਾਈ ਜੀ ਕੀ ਗੱਲ ਹੈ, ਬੜੇ ਘਬਰਾਏ ਹੋ। ਉਹਨੇ ਆਖਿਆ ਯਾਰ ਕੋਈ ਨਹੀਂ, ਐਵੇਂ ਤਬੀਅਤ ਖਰਾਬ ਹੋ ਗਈ ਸੀ। ਉਹਨੇ ਕਿਹਾ ਹੈਰ ਤੇ ਹੈ ਨਾ। ਉਹਨੇ ਕਿਹਾ ਨਹੀਂ ਭਾਈ ਜੀ ਹੈਰ ਹੈ, ਕੋਈ ਮਸਲਾ ਨਹੀਂ। ਕਹਿੰਦਾ ਬਹਰਲ ਮੈਂ ਚੁੱਪ ਕਰਕੇ ਥੋੜੀ ਦੇਰ ਖਲੋਤਾ, ਫਿਰ ਹਿੰਮਤ ਮਾਰੀ ਤੇ ਕਲਮਾ ਪੜ੍ਹ ਕੇ ਤੇ ਕਹਿੰਦਾ ਮੈਂ ਫੇਰ ਸਾਈਕਲ ਚਲਾਇਆ ਤੇ ਟੁਰ ਪਿਆ। ਜ਼ਾਰੀ ਗੱਲ ਉੱਥੇ ਦੁਕਾਨ ਤੇ ਮੈਂ ਜਾਣਾ ਹੀ ਸੀ। ਕਹਿੰਦਾ ਮੈਨੂੰ ਅੱਗੇ ਉਹ ਨਜ਼ਰ ਆਉਂਦੇ ਸੀ ਬਜ਼ੁਰਗ, ਲੇਕਿਨ ਮੇਰੇ ਨਾਲ ਹੁਣ ਗੱਲ ਨਹੀਂ ਸੀ ਕਰ ਰਹੇ। ਕਹਿੰਦਾ ਮੈਂ ਜਿਉਂ ਹੀ ਪਹੁੰਚਿਆ ਉੱਥੇ ਕਬਾਬ ਤੇ ਸੀਖਾਂ ਵਾਲੀ ਦੁਕਾਨ ਤੇ, ਉਹਨੂੰ ਜਾ ਕੇ ਮੈਂ ਆਰਡਰ ਦਿੱਤਾ। ਕਹਿੰਦਾ ਆਰਡਰ ਲਾ ਕੇ ਤੇ ਜਿਸ ਵੇਲੇ ਫਿਰ ਮੈਂ ਲੈ ਕੇ ਘਰ ਆਉਣ ਲੱਗਾ, ਫਿਰ ਉਹ ਬਜ਼ੁਰਗ ਫਿਰ ਮੇਰੇ ਮਗਰ। ਕਹਿੰਦਾ ਅਚਾਨਕ ਮੇਰੀ ਸਾਈਕਲ ਦੇ ਪਿੱਛੇ ਬਹਿ ਗਏ। ਉਹਨੇ ਕਿਹਾ ਪੁੱਤਰ ਕੀ ਗੱਲ ਹੈ, ਤੂੰ ਮੈਨੂੰ ਨਾਲ ਨਹੀਂ ਖੜਦਾ ਪਿਆ, ਮੈਨੂੰ ਕੋਈ ਦੱਸਦਾ ਨਹੀਂ ਪਿਆ ਗੱਲ ਕੀ ਗੱਲ ਹੈ, ਤੂੰ ਮੇਰੇ ਨਾਲ ਨਾਰਾਜ਼ ਹੈ। ਕਹਿੰਦਾ ਮੈਂ ਸਮਝ ਨਾ ਆਵੇ ਮੈਂ ਕਰਾਂ ਕੀ। ਕਹਿੰਦਾ ਕੋਈ ਇੱਕ ਮੋਟਰਸਾਈਕਲ ਵਾਲਾ ਆਇਆ, ਉਹਨੂੰ ਮੈਂ ਕਿਹਾ ਯਾਰ ਇੱਕ ਮਿੰਟ ਖਲੋਵੀਂ। ਉਹਨੇ ਆਖਿਆ ਕੀ ਗੱਲ ਹੈ ਭਾਈ ਜੀ। ਉਹਨੇ ਕਿਹਾ ਯਾਰ ਇਸ ਤਰ੍ਹਾਂ ਮੇਰੀ ਤਬੀਅਤ ਨਹੀਂ ਸਹੀ, ਥੋੜੀ ਮੇਰੀ ਮਦਦ ਕਰੀ ਤਾਂ ਕਿ ਮੈਂ ਜਿਹੜਾ ਨਾ ਟੁਰ ਜਾ। ਉਹਨੇ ਆਖਿਆ ਮੈਂ ਪਿੱਛੋਂ ਧੱਕਾ ਲਾਣਾ ਤੁਸੀਂ ਟੁਰੋ। ਕਹਿੰਦਾ ਉਹਨੇ ਪੋਲਾ ਜਿਹੜਾ ਨਾ ਆਪਣੇ ਪੈਰ ਨਾਲ ਮੇਰੇ ਸਾਈਕਲ ਨੂੰ ਧੱਕਾ ਲਾਇਆ, ਮੇਰੇ ਨਾਲ ਟੁਰਦਾ ਰਿਹਾ, ਲੇਕਿਨ ਕਹਿੰਦਾ ਉਸ ਟਾਈਮ ਉਹ ਬਜ਼ੁਰਗ ਜਿਹੜੇ ਨੇ ਉਹ ਕੋਨ ਆਏ। ਕਹਿੰਦਾ ਬਹਰਲ ਮੈਂ ਚੁੱਪ ਕਰਕੇ ਚਲੇ ਉੱਥੇ ਤੱਕ ਪਹੁੰਚਿਆ ਗਲੀ ਤੱਕ। ਕਹਿੰਦਾ ਭਾਈ ਜੀ ਮੈਂ ਅੱਗੋਂ ਸਿੱਧਿਆਂ ਜਾਣਾ ਹੈ ਤੇ ਤੁਸੀਂ ਟੁਰ ਜਾਓ। ਕਹਿੰਦਾ ਮੈਂ ਕਿਹਾ ਯਾਰ ਮੈਨੂੰ ਘਰ ਤੱਕ ਛੱਡ ਦੇ, ਕਿਧਰੇ ਮੈਂ ਢਹਿ ਨਾ ਪਵਾਂ। ਉਹਨੇ ਆਖਿਆ ਨਹੀਂ ਭਾਈ ਜੀ ਮੇਰੇ ਘਰ ਮਹਿਮਾਨ ਬੈਠੇ ਨੇ, ਮੈਂ ਜਾਣਾ, ਮਿਹਰਬਾਨੀ ਕਰੋ। ਕਹਿੰਦਾ ਮੈਂ ਚੁੱਪ ਕਰਕੇ ਉੱਥੋਂ ਜਿਹੜਾ ਨਾ ਗਲੀ 'ਚ ਪਿਆ ਤੇ ਕਹਿੰਦਾ ਗਲੀ 'ਚ ਬਜ਼ੁਰਗ ਫੇਰ ਮੇਰੇ ਪਿੱਛੇ ਬਹਿ ਗਏ। ਕਹਿੰਦਾ ਇਸ ਵੇਲੇ ਬਹਿ ਗਏ, ਸਾਈਕਲ ਇੰਨਾ ਭਾਰਾ ਕਿ ਮੇਰੇ ਕੋਲ ਟੁਰਦਾ ਵੀ ਨਹੀਂ ਸੀ ਪਿਆ। ਕਹਿੰਦਾ ਮੈਂ ਮੁੜ ਕੇ ਇਸ ਵੇਲੇ ਦੇਖਿਆ ਤੇ ਪਿੱਛੇ ਬੰਦਾ ਹੋਇਆ ਹੀ ਕੋਈ ਨਹੀਂ ਸੀ। ਕਹਿੰਦਾ ਬੜੀ ਮੁਸ਼ਕਿਲ ਨਾਲ ਇਸ ਵੇਲੇ ਮੈਂ ਘਰ ਪਹੁੰਚਿਆ। ਕਹਿੰਦਾ ਘਰ ਪਹੁੰਚਿਆ ਤੇ ਬੀਵੀ ਤੱਕ ਕੇ ਪਰੇਸ਼ਾਨ ਹੋ ਗਈ। ਉਹਨੇ ਆਖਿਆ ਕੀ ਗੱਲ ਹੈ, ਕਿਉਂ ਇਤਨੇ ਪਰੇਸ਼ਾਨ ਨਜ਼ਰ ਆ ਰਹੇ ਹੋ। ਕਹਿੰਦਾ ਮੈਂ ਕਿਹਾ ਤੈਨੂੰ ਕੀ ਦੱਸਾਂ ਮੇਰੇ ਨਾਲ ਕੀ ਵਾਕਿਆ ਹੋਇਆ। ਕਹਿੰਦਾ ਪਰ ਬੀਵੀ ਨੂੰ ਮੈਂ ਕੋਨਾ ਦੱਸਿਆ। ਬੱਚਿਆਂ ਸਾਰਿਆਂ ਨੇ ਰੋਟੀ ਛੋਟੀ ਖਾਧੀ, ਜਿਸ ਵੇਲੇ ਬੜੇ ਖੁਸ਼ ਹੋਏ। ਕਹਿੰਦਾ ਨਿੱਕੀ ਮੇਰੀ ਆਖਦੀ ਹੈ ਕਿ ਅੱਬੂ ਅਸਾਂ ਹੁਣ ਆਈਸਕ੍ਰੀਮ ਵੀ ਖਾਣੀ ਹੈ। ਕਹਿੰਦਾ ਮੈਂ ਹੁਣ ਕਿਸ ਤਰ੍ਹਾਂ ਜਾਵਾਂ ਹਰ ਬਾਰ ਜਾ ਕੇ ਆਈਸਕ੍ਰੀਮ ਲੈ ਕੇ ਆਵਾਂ। ਕਹਿੰਦਾ ਬਹਰਹਾਲ ਨਾ ਮੈਨੂੰ ਆਉਂਦੇ ਨੇ ਕਿ ਲਾਜ਼ਮੀ ਅਸਾਂ ਆਈਸਕ੍ਰੀਮ ਖਾਣੀ ਹੈ। ਬੀਵੀ ਕਹਿੰਦੇ ਜਾਓ ਲਿਆ ਦਿਓ ਨੇ। ਕਹਿੰਦਾ ਅੱਗੋਂ ਮੈਂ ਦੱਸਦਾ ਨਹੀਂ ਪਿਆ ਕਿ ਮੈਂ ਡਰਨਾ ਪਿਆ ਅੰਦਰੋਂ, ਮੇਰੇ ਨਾਲ ਵਾਕਿਆ ਕੀ ਹੋਇਆ। ਕਹਿੰਦਾ ਮੈਂ ਕਿਹਾ ਹਾਲਾ ਸਹੀ ਹੈ ਮੈਂ ਲੈ ਆਉਣਾ। ਕਹਿੰਦਾ ਫੇਰ ਹਿੰਮਤ ਮਾਰ ਲਈ। ਕਹਿੰਦਾ ਫੇਰ ਜਿਸ ਵੇਲੇ ਮੈਂ ਉੱਥੋਂ ਨਿਕਲਿਆ ਤੇ ਫੇਰ ਉਹ ਹੀ ਮੇਰੇ ਨਾਲ ਵਾਕਿਆ ਹੋਏ। ਕਹਿੰਦਾ ਰਾਹ 'ਚ ਜਿਸ ਵੇਲੇ ਮੈਂ ਘਰ ਵਾਪਸ ਪਹੁੰਚਿਆ ਤੇ ਕਹਿੰਦਾ ਅੱਗੋਂ ਜਿਹੜੀ ਆਈਸਕ੍ਰੀਮ ਸੀ ਉਹ ਖੁਰ ਗਈ ਸੀ।
ਕਹਿੰਦਾ ਘਰ ਬੀਵੀ ਤੇ ਬੱਚੇ ਤੱਕ ਇਹ ਪਰੇਸ਼ਾਨ ਹੋ ਗਏ। ਉਹਨੇ ਆਖਿਆ ਅੱਬੂ ਕੀ ਗੱਲ ਹੈ, ਤੁਸਾਂ ਤੇ ਸਾਰੀ ਆਈਸਕ੍ਰੀਮ ਖੋਰ ਕੇ ਲਿਆਂਦੀ, ਐਡੀ ਦੂਰ ਤੇ ਦੁਕਾਨ ਕੋਈ ਨਹੀਂ ਸੀ। ਉਹਨੇ ਆਖਿਆ ਬਸ ਇਸੇ ਤਰ੍ਹਾਂ ਮੇਰੇ ਨਾਲ ਵਾਕਿਆ ਹੋਇਆ ਤੇ ਮੈਨੂੰ ਜਿਹੜੀ ਪਰੇਸ਼ਾਨੀ ਬਣ ਗਈ। ਬੀਵੀ ਆਂਦੀ ਹੈ ਹੋਇਆ ਕੀ ਹੈ ਜੀ? ਉਹਨੇ ਆਖਿਆ ਇਸ ਤਰ੍ਹਾਂ ਮੈਂ ਇੱਥੋਂ ਨਿਕਲਿਆ ਤੇ ਬਜ਼ੁਰਗ ਜਿਹੜੇ ਨੇ ਮੇਰੇ ਪਿੱਛੇ ਆ ਕੇ ਬਹਿ ਗਏ ਨੇ ਤੇ ਮੈਨੂੰ ਸਮਝ ਨਹੀਂ ਆਈ ਇਹ ਮੇਰੇ ਪਿੱਛੇ ਕਿਉਂ ਬੈਠੇ ਨੇ। ਮੈਨੂੰ ਆਂਦੇ ਨਾਲ ਲੈ ਜਾ, ਪਹਿਲਾਂ ਮੈਨੂੰ ਆਵਾਜ਼ਾਂ ਆਉਂਦੀਆਂ ਨੇ, ਫਿਰ ਮੇਰੇ ਪਿੱਛੇ ਬਹਿ ਗਏ ਨੇ, ਮੇਰਾ ਸਾਈਕਲ ਭਾਰਾ ਹੋ ਗਿਆ। ਉਹਨਾਂ ਆਖਿਆ ਨਾ ਤੁਹਾਡਾ ਵਹਿਮ ਹੋਣਾ, ਇੰਜ ਦੀ ਕੋਈ ਗੱਲ ਨਹੀਂ ਹੈ। ਕਹਿੰਦਾ ਪਰ ਉਹਨਾਂ ਵੀ ਕੋਈ ਨਾ ਗੱਲ ਮੰਨੀ। ਕਹਿੰਦਾ ਮੈਂ ਜਿਹੜਾ ਲੰਮਾ ਪੈ ਰਿਹਾ ਪਹਿਲਾਂ ਤਾਂ ਮੈਨੂੰ ਕਾਫੀ ਦੇਰ ਜਿਹੜਾ ਖਿਆਲ ਆਉਂਦੇ ਰਹੇ ਕਿ ਮੇਰੇ ਨਾਲ ਹੋਇਆ ਕੀ ਹੈ। ਕਹਿੰਦਾ ਰਾਤ ਦੇ ਸਾਰੇ 3 ਵਜੇ ਨਾ ਮੈਨੂੰ ਇੰਜ ਲੱਗਾ ਕਿ ਮੈਨੂੰ ਕੁਰਸੀ ਤੇ ਬਿਠਾ ਕੇ ਬਜ਼ੁਰਗ ਜਿਹੜੇ ਨੇ ਉਹ ਸਾਹਮਣੇ ਬੈਠੇ ਨੇ। ਕਹਿੰਦਾ ਸਾਹਮਣੇ ਬਹਿ ਕੇ ਮੇਰੇ ਨਾਲ ਗੱਲਬਾਤ ਕਰ ਰਹੇ। ਉਹਨਾਂ ਕਿਹਾ ਪੁੱਤਰ ਕੀ ਗੱਲ ਆ, ਤੂੰ ਆਪਣੇ ਪੈਸੇ ਨਹੀਂ ਲੈਣ ਜਾਣਾ? ਕਹਿੰਦਾ ਮੈਂ ਅੱਗੋਂ ਆਖਾਂ ਬਾਬਾ ਜੀ ਕਿਹੜੇ ਪੈਸੇ? ਉਹ ਜਿਹੜੇ ਉੱਥੇ ਦੱਬੇ ਸੀ ਆ ਪੈਸੇ, ਉਹ ਕੋਹਨੂੰ ਲਿਆਉਣੇ? ਕਹਿੰਦਾ ਮੈਂ ਪਰੇਸ਼ਾਨ ਹੋ ਗਿਆ, ਮੈਂ ਪੈਸੇ ਕਿੱਥੇ ਦੱਬੇ ਨੇ? ਕਹਿੰਦਾ ਉਹਨੇ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਤੂੰ ਫਲਾਣੀ ਜਗ੍ਹਾ ਤੇ ਤੂੰ ਪੈਸੇ ਦੱਬੇ ਨੇ, ਤੂੰ ਆਪਣੇ ਪੈਸੇ ਕੱਢ ਲਿਆ। ਕਹਿੰਦਾ ਮੈਂ ਅੱਗੋਂ ਜਿਸਲੇ ਉੱਠਿਆ ਮੈਂ ਤੱਕਿਆ, ਮੈਂ ਹਾਫ ਪਿਆ ਤੱਕਾਂ। ਕਹਿੰਦਾ ਬੀਵੀ ਨੂੰ ਉਠਾ ਲਿਆ, ਮੈਂ ਇਸ ਤਰ੍ਹਾਂ ਦੱਸਿਆ ਕਿ ਮੈਂ ਹਾਫ ਤੱਕਿਆ, ਉਹ ਬਜ਼ੁਰਗ ਆਉਂਦੇ ਨੇ ਕਿ ਐਸੇ ਤੇਰੇ ਪੈਸੇ ਉੱਥੇ ਦੱਬੇ ਨੇ, ਜਾ ਕੇ ਆਪਣੇ ਪੈਸੇ ਕੱਢ ਲੈ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ, ਅੱਗੋਂ ਬੀਵੀ ਪਰੇਸ਼ਾਨ ਹੋ ਗਈ। ਉਹਨੇ ਆਖਿਆ ਇਹਦਾ ਜ਼ਰੂਰ ਕੋਈ ਨਾ ਕੋਈ ਗੱਲ ਹੈ, ਹੋ ਸਕਦਾ ਸਾਡੇ ਗਰੀਬਾਂ ਦੀ ਵੀ ਇਹ ਗੱਲ ਸੁਣੀ ਗਈ ਹੋਵੇ। ਕਹਿੰਦਾ ਮੈਂ ਕਿਹਾ ਗੱਲ ਕਿੱਥੋਂ ਸੁਣੀ ਗਈ ਹੋਣੀ ਹੈ, ਇਹ ਤੇ ਦੂਸਰੇ ਸੂਬੇ ਜਾ ਕੇ ਆਉਂਦਾ ਉਹ ਸ਼ਹਿਰ ਜਿੱਥੇ ਇਹ ਆਖਦੇ ਨੇ ਪਏ, ਤੇ ਮੈਂ ਉੱਥੇ ਕਿਸ ਤਰ੍ਹਾਂ ਜਾਵਾਂਗਾ? ਅਸੀਂ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਨਾ। ਬੀਵੀ ਨੇ ਆਖਿਆ ਜਿਸ ਤਰ੍ਹਾਂ ਮਰਜ਼ੀ ਹੈ, ਮੈਂ ਨਾਲ ਵਾਲੀ ਬਾਜੀ ਕੋਲ ਤੁਹਾਨੂੰ ਪੈਸੇ ਲੈ ਦਿਆਂਗੀ ਧਾਰੇ, ਤੁਸੀਂ ਜਿਹੜਾ ਨਾ ਉੱਥੇ ਲਾਜ਼ਮੀ ਜਾਣਾ। ਉਹਨੇ ਆਖਿਆ ਗੱਲ ਸੁਣ ਬੜੀ ਦੂਰ ਹੈ, 2-3 ਦਿਹਾੜੇ ਲਾ ਜਾਣਗੇ, ਅੱਗੂ ਦਿਹਾੜ ਨਾ ਲੱਗੀ ਤੇ ਬੱਚੇ ਕਿੱਥੋਂ ਖਾਣਗੇ? ਉਹਨੇ ਆਖਿਆ ਨਹੀਂ ਤੁਸੀਂ ਜਾਓ ਹੀ ਜਾਓ। ਕਹਿੰਦਾ ਮੈਨੂੰ ਉਹਨੇ ਮਜਬੂਰ ਕੀਤਾ, ਮੈਂ ਅੱਗੂ ਜਿਹੜਾ ਕਹਿੰਦਾ ਟਿਕਟ ਲੈਣ ਟੁਰ ਗਿਆ। ਕਹਿੰਦਾ ਮੈਂ ਟਿਕਟ ਲਈ, ਟਿਕਟ ਲੈ ਕੇ ਤੇ ਮੈਂ ਕਹਿੰਦਾ ਜਿਹੜਾ ਟ੍ਰੇਨ 'ਚ ਬਹਿ ਗਿਆ। ਕਹਿੰਦਾ ਅੱਗੂ ਬਜ਼ੁਰਗ ਮੇਰੇ ਸਾਹਮਣੇ ਫੇਰ ਬਹਿ ਗਏ। ਉਹਨੇ ਆਖਿਆ ਚੱਲ ਪੁੱਤਰ ਫਿਰ ਮੇਰੀ ਗੱਲ ਸੁਣ ਹੀ ਲਈ ਹੈ ਤੂੰ। ਕਹਿੰਦਾ ਇਤਨੀ ਗੱਲ ਕਰਕੇ ਤੇ ਉਹ ਅੱਗੂ ਗਾਇਬ ਹੋ ਕੇ, ਮੈਨੂੰ ਕੋਈ ਸਮਝ ਨਾ ਆਈ ਕਿ ਮੇਰੇ ਨਾਲ ਕੀ ਹੋ ਰਿਹਾ। ਕਹਿੰਦਾ ਪਰ ਮੈਂ ਜਿਸਲੇ ਉੱਥੇ ਪਹੁੰਚਿਆ ਪੂਰੀ ਰਾਤ ਵੀ ਲੱਗ ਗਈ। ਕਹਿੰਦਾ ਅੱਗੂ ਸੁਬਾਹ ਜਿਸਲੇ ਮੈਂ ਉੱਥੇ ਪਹੁੰਚਿਆ, ਅੱਗੂ ਪੁੱਛਦਾ ਪਛਾਂਦਾ ਕਿਰਾਇਆ ਲਾ ਕੇ ਜਿਸਲੇ ਕਹਿੰਦਾ ਮੈਂ ਉਸ ਪਿੰਡ ਪਹੁੰਚਿਆ। ਕਹਿੰਦਾ ਪਿੰਡ ਬੜਾ ਹੀ ਸੋਹਣਾ ਸੀ, ਲੇਕਿਨ ਕਹਿੰਦਾ ਜਿਸਲੇ ਮੈਂ ਉੱਥੇ ਪਹੁੰਚਿਆ ਜਾ ਕੇ ਮੈਂ ਪੁੱਛਿਆ ਕਿ ਇਸ ਤਰ੍ਹਾਂ ਫਲਾਣੀ ਜਗ੍ਹਾ ਕਿੱਥੇ ਹੈ? ਕਹਿੰਦਾ ਬੰਦਿਆਂ ਦੱਸਿਆ। ਉਹਨੇ ਆਖਿਆ ਤੂੰ ਹੈ ਕੌਣ ਹੈ? ਉਹਨੇ ਆਖਿਆ ਨਹੀਂ ਬਸ ਮੈਂ ਤੁਹਾਡੇ ਕੋਲ। ਉਹਨੇ ਕਹਿੰਦਾ ਮੈਂ ਜਿਸਲੇ ਉੱਥੇ ਪਹੁੰਚਿਆ, ਕਹਿੰਦਾ ਮੈਂ ਜਾ ਕੇ ਉਸੇ ਜਗ੍ਹਾ ਤੇ ਬਿਲਕੁਲ ਖਲੋਤਾ ਜਿੱਥੇ ਮੈਂ ਹਾਬ 'ਚ ਤੱਕਿਆ ਸੀ ਕਿ ਮੈਂ ਜਿਹੜਾ ਉੱਥੋਂ ਪੈਸੇ ਕੱਢੇ ਨੇ। ਕਹਿੰਦਾ ਬਹਰਹਾਲ ਮੈਂ ਜਾ ਕੇ ਉੱਥੇ ਤੱਕਣ ਲੱਗ ਪਿਆ, ਅੱਗੇ ਪਿੱਛੇ ਕੋਈ ਬੰਦਾ ਨਾ, ਬਿਲਕੁਲ ਖਾਮੋਸ਼ੀ ਹਰ ਪਾਸੇ। ਕਹਿੰਦਾ ਮੈਂ ਨਾ ਉਹ ਜ਼ਮੀਨ 'ਚ ਸਲੇ ਹੱਥ ਮਾਰਿਆ ਨਾ, ਕਹਿੰਦਾ ਮਿੱਟੀ ਜਿਹੜੇ ਮੈਂ ਥੋੜ੍ਹੀ ਜਿਹੀ ਖੋਲੀ ਨਾ, ਕਹਿੰਦਾ ਮੈਨੂੰ ਇੰਝ ਲੱਗਾ ਕਿ ਕਿਸੇ ਦੀਆਂ ਨਾ ਉਂਗਲਾਂ ਨੇ ਥੱਲੇ। ਕਹਿੰਦਾ ਬੰਦਾ ਕੋਈ ਇਨਸਾਨ ਹੈ ਥੱਲੇ। ਕਹਿੰਦਾ ਮੈਂ ਸ਼ਾਇਦ ਥੋੜ੍ਹੀ ਹੋਰ ਮਿੱਟੀ ਪੱਟੀ ਤੇ ਤੱਕਿਆ ਤੇ ਛੋਟਾ ਜਿਹਾ ਹੱਥ ਬੱਚੇ ਦਾ। ਕਹਿੰਦਾ ਮੈਂ ਤਾਂ ਕੇ ਪਰੇਸ਼ਾਨ ਹੋ ਗਿਆ, ਇਹ ਤੇ ਥੱਲੇ ਕੋਈ ਬੱਚਾ ਹੈ। ਕਹਿੰਦਾ ਮੈਂ ਫਿਰ ਹੋਰ ਥੋੜਾ ਪਟਿਆ, ਕਹਿੰਦਾ ਇਸੇ ਤੱਕਿਆ ਪੂਰਾ ਪੱਟ ਕੇ ਤੇ ਅੱਗੋਂ ਚਿਹਰਾ ਵੀ ਮੈਂ ਤੱਕ ਲਿਆ ਤੇ ਐ ਹੀ ਵਾਕਈ ਜਿਹੜਾ ਬੱਚਾ ਥੱਲੇ ਜਿਹੜਾ ਉਹ ਕਿਸੇ ਨੇ ਦਫਨਾਏ ਅਸੀਂ। ਕਹਿੰਦਾ ਮੈਂ ਤਾਂ ਕੇ ਪਰੇਸ਼ਾਨ ਹੋ ਗਿਆ। ਕਹਿੰਦਾ ਫਟੋਫਟ ਮਿੱਟੀ ਪਾਈ, ਮਿੱਟੀ ਪਾ ਕੇ ਤੇ ਕਹਿੰਦਾ ਮੈਂ ਉੱਥੋਂ ਦੌੜਾਂ ਲਾਈਆਂ ਕਿ ਮੇਰੇ ਨਾਲ ਹੋਇਆ ਕੀ ਹੈ। ਕਹਿੰਦਾ ਜਿਸ ਵੇਲੇ ਮੈਂ ਉੱਥੋਂ ਆਇਆ ਆਪਣੀ ਟਿਕਟ ਲੈ ਕੇ, ਫਿਰ ਜਿਸ ਵੇਲੇ ਘਰ ਵਾਪਸ ਪਹੁੰਚਿਆ, ਬੀਵੀ ਨੂੰ ਆ ਕੇ ਦੱਸਿਆ ਕਿ ਮੇਰੇ ਨਾਲ ਤੇ ਇਹ ਵਾਕਿਆ ਹੋਇਆ। ਉਹਨੇ ਆਖਿਆ ਇਹ ਕਿਸ ਤਰ੍ਹਾਂ ਹੋ ਸਕਦਾ, ਤੁਸੀਂ ਉੱਥੇ ਪੈਸਿਆਂ ਵਾਸਤੇ ਗਏ ਸੋ? ਫਿਰ ਬੀਵੀ ਸੋਚਣ ਲੱਗ ਪਈ। ਉਹਨੇ ਆਖਿਆ ਗੱਲ ਸੁਣੋ ਕਿ ਅਗਰ ਕੋਈ ਨਾ ਕੋਈ ਮੌਜਜ਼ਾ ਤੇ ਹੋਇਆ ਤੁਹਾਡੇ ਨਾਲ ਜਿਹੜਾ ਤੁਹਾਨੂੰ ਉਸੇ ਜਗ੍ਹਾ ਤੇ ਅੱਲਾ ਨੇ ਪਹੁੰਚਾਇਆ, ਇਹ ਕੋਈ ਨਾ ਕੋਈ ਤੁਹਾਡੇ ਕੋਲੋਂ ਮਦਦ ਮੰਗਦੇ ਨੇ ਪਏ। ਕਹਿੰਦਾ ਲੇਕਿਨ ਮੈਨੂੰ ਸਮਝ ਨਾ ਆਈ। ਮੈਂ ਕਿਹਾ ਛੱਡ ਪਰ ਇਸ ਗੱਲ ਨੂੰ, ਹੁਣ ਅਸੀਂ ਇਸ ਗੱਲ ਨੂੰ ਇਗਨੋਰ ਕਰੀਏ, ਸਾਨੂੰ ਕੋਈ। ਉਹਨੇ ਆਖਿਆ ਨਾ ਤੁਸੀਂ ਇੰਝ ਕਰੋ, ਤੁਸੀਂ ਜਿਹਦੇ ਕੋਲ ਕੰਮ ਕਰਦੇ ਹੋ ਉਹਦੇ ਨਾਲ ਗੱਲ ਕਰਕੇ ਤੱਕੋ। ਕਹਿੰਦਾ ਮੈਂ ਕਿਹਾ ਐਵੇਂ ਗੱਲ ਕੀਤੀ ਤੇ ਉਹ ਮਜ਼ਾਕ ਹੀ ਉਡਾਉਣਗੇ। ਕਹਿੰਦਾ ਨਹੀਂ ਤੁਸੀਂ ਜਾ ਕੇ ਗੱਲ ਕਰੋ। ਕਹਿੰਦਾ ਜਿਸ ਵੇਲੇ ਜਾ ਕੇ ਉਹਦੇ ਨਾਲ ਮੈਂ ਗੱਲ ਕੀਤੀ ਕਿ ਇਸ ਤਰ੍ਹਾਂ ਮੇਰੇ ਨਾਲ ਵਾਕਿਆ ਆਇਆ, ਜਿਹੜਾ ਮੈਂ 3-4 ਦਿਹਾੜੇ ਕੰਮ ਤੇ ਨਹੀਂ ਆਇਆ, ਉਹ ਮੇਰੇ ਨਾਲ ਇਹ ਮਸਲਾ ਸੀ, ਮੈਂ ਉੱਥੇ ਗਿਆ ਤੇ ਇਸ ਤਰ੍ਹਾਂ ਬੱਚਾ ਉੱਥੇ ਦਫਨਾਇਆ ਨੇ ਕਿਸੇ ਨੇ। ਕਹਿੰਦਾ ਉਹ ਸੁਣ ਕੇ ਨਾ ਉਹ ਕਹਿੰਦਾ ਯਾਰ ਬੜੀ ਹੈਰਾਨਗੀ ਦੀ ਤੂੰ ਗੱਲ ਦੱਸੀ ਆ। ਉਹ ਮੈਨੂੰ ਕਹਿੰਦਾ ਤੂੰ ਤਾਂ ਨਹੀਂ ਕਿਰੇ ਉੱਥੇ ਗਿਆ ਜਾਂ ਇਸ ਤਰ੍ਹਾਂ ਤੂੰ ਗੱਲ ਨੂੰ ਹੋਰ ਅੱਗੇ ਪਿੱਛੇ ਪਿਆ ਕਰਨੇ? ਉਹਨੇ ਕਿਹਾ ਨਹੀਂ ਯਾਰ ਮੈਂ ਕਿਉਂ ਗੱਲ ਅੱਗੇ ਪਿੱਛੇ ਕਰਨੀ ਹੈ, ਮੈਂ ਤੁਹਾਨੂੰ ਗੱਲ ਬਿਲਕੁਲ ਸਹੀ ਦੱਸ ਰਿਹਾ। ਉਹਨੇ ਆਖਿਆ ਠਹਿਰ ਜੇ ਯਾਰ, ਮੇਰਾ ਨਾ ਪੁਲਿਸ ਵਾਲਾ ਇੱਕ ਵਾਕਫ ਹੈ, ਉਹਦੇ ਨਾਲ ਮੈਂ ਗੱਲ ਕਰਨਾ ਤੇ ਫਿਰ ਤੈਨੂੰ ਦੱਸਣਾ। ਕਹਿੰਦਾ ਉਹਨੂੰ ਕਾਲ ਮਾਰੀ, ਉਹਨੂੰ ਬੁਲਾਇਆ ਤੇ ਕਹਿੰਦਾ ਜਿਸ ਵੇਲੇ ਉਹ ਆਇਆ ਉਹਨੇ ਮੇਰੇ ਕੋਲ ਸਾਰੀ ਗੱਲ ਪੁੱਛੀ। ਉਹਨੇ ਆਖਿਆ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ, ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਪਿਆ ਕਰਨੇ, ਦੂਸਰੇ ਸੂਬੇ ਦੀ ਤੂੰ ਗੱਲ ਪਿਆ ਕਰਨੇ, ਤੂੰ ਉੱਥੇ ਵੀ ਗਿਆ ਵੀ ਐ, ਉੱਥੇ ਦਫਨਾਏ ਹੈ, ਉੱਥੇ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਇਤਲਾਹ ਕੀਤੀ? ਉਹਨੇ ਆਖਿਆ ਮੈਂ ਪੁਲਿਸ ਨੂੰ ਕਿੱਥੇ ਇਤਲਾਹ ਕਰਾਂ, ਮੈਂ ਕਿਤੇ ਉੱਥੇ ਫਸ ਜਾ ਤੇ ਮੈਂ ਕਿੱਧਰ ਜਾਣ? ਉਹਨੇ ਆਖਿਆ ਠੀਕ ਹੈ ਤੂੰ ਆ ਮੇਰੇ ਨਾਲ। ਕਹਿੰਦਾ ਪੁਲਿਸ ਵਾਲਾ ਮੈਨੂੰ ਨਾਲ ਲੈ ਗਿਆ, ਜਾ ਕੇ ਉਹਨੇ ਆਪਣੇ ਅਫਸਰ ਨਾਲ ਮਿਲਾਇਆ ਤੇ ਉਹਨੇ ਗੱਲ ਦੱਸੀ ਸਾਰੀ। ਉਹ ਅਫਸਰ ਨੇ ਜਿਸ ਵੇਲੇ ਉੱਥੇ ਕਾਲ ਕੀਤੀ, ਉਹਨਾਂ ਆਖਿਆ ਵਾਕਈ ਜੀ ਬੱਚਾ ਇੱਕ ਗੁੰਮ ਹੋਏ ਹੈ ਤੇ ਉਹ ਬੰਦੇ ਜਿਹੜੇ ਨੇ ਸਾਡੇ ਮਗਰ ਪਏ ਨੇ, ਬੜੇ ਹੀ ਸੌਖੇ ਬੰਦੇ ਨੇ ਉਹ, ਤੇ ਉਹ ਆਂਦੇ ਨੇ ਕਿ ਸਾਨੂੰ ਬੱਚਾ ਜਿਹੜਾ ਢੂੰਡ ਕੇ ਦਿਓ, ਜਿੱਥੋਂ ਮਰਜ਼ੀ ਸਾਡਾ ਬੱਚਾ ਕੋਈ ਚੁੱਕ ਕੇ ਲੈ ਗਿਆ।
ਕਹਿੰਦਾ ਅੱਗੂ ਜਿਸਲੇ ਉਹਨੂੰ ਗੱਲ ਦੱਸੀ ਉਹਨੇ ਆਖਿਆ ਜੀ ਇੰਝ ਕਰੋ, ਇਸ ਬੰਦੇ ਨੂੰ ਨਾ ਤੁਸੀਂ ਟ੍ਰੇਨ ਤੇ ਬਿਠਾਓ, ਨਾਲ ਇੱਕ ਬੰਦਾ ਵੀ ਟੋਰੋ ਇਹਦੇ ਤੇ ਇਹਨੂੰ ਜਿਹੜਾ ਸਾਡੇ ਤੱਕ ਪਹੁੰਚਾਓ। ਕਹਿੰਦਾ ਉਹਨਾਂ ਬੰਦਾ ਨਾਲ ਲਾਇਆ, ਟਿਕਟ ਵੀ ਮੇਰੀ ਲਾਈ। ਕਹਿੰਦਾ ਮੈਨੂੰ ਉੱਥੇ ਲੈ ਗਏ। ਕਹਿੰਦਾ ਅੱਗੇ ਉਹ ਪੁਲਿਸ ਵਾਲੇ ਜਿਹੜੇ ਨੇ ਸਟੇਸ਼ਨ ਤੇ ਆਏ ਸੀ, ਕਹਿੰਦਾ ਮੈਨੂੰ ਫਟਾਫਟ ਬਾਹੋਂ ਪਕੜ ਕੇ ਨਾ ਤੇ ਗੱਡੀ 'ਚ ਬਿਠਾ ਕੇ ਤੇ ਦੂਸਰੇ ਨੂੰ ਕਹਿੰਦਾ ਤੂੰ ਜਾ। ਕਹਿੰਦਾ ਉਹ ਜਿਹੜਾ ਚੁੱਪ ਕਰਕੇ ਉੱਥੇ ਹੀ ਖਲੋਤਾ ਰਿਹਾ। ਕਹਿੰਦਾ ਮੈਂ ਜਿਹੜਾ ਉਹਨਾਂ ਦੀ ਗੱਡੀ 'ਚ ਬੈਠਾ ਤੇ ਨਾਲ ਕਹਿੰਦਾ ਸਿੱਧਾ ਮੈਨੂੰ ਉਹਨਾਂ ਥਾਣੇ ਲੈਣ ਦਾ। ਕਹਿੰਦਾ ਥਾਣੇ ਲਿਆ ਕੇ ਮੈਨੂੰ ਬਿਠਾ ਕੇ ਉੱਥੇ ਬੈਂਚ ਤੇ ਉਹਨਾਂ ਕਿਹਾ ਹਾਂ ਵੀ ਜਵਾਨਾ ਜਿਹੜੀ ਗੱਲ ਹੈ ਤੂੰ ਸੱਚੀ ਸੱਚੀ ਦੱਸ। ਕਹਿੰਦਾ ਮੈਂ ਉਹਨਾਂ ਨੂੰ ਸਾਰੀ ਆਪਣੀ ਗੱਲ ਦੱਸੀ ਕਿ ਇਸ ਤਰ੍ਹਾਂ ਮੇਰੇ ਨਾਲ ਵਾਕਿਆ ਹੋਇਆ। ਉਹਨੇ ਆਖਿਆ ਅਸੀਂ ਸਾਰਾ ਦਿਨ ਇੱਥੇ ਬੰਦਿਆਂ ਕੋਲ ਜਿਹੜਾ ਜੁਰਮ ਕਬੂਲ ਕਰਾਉਂਦੇ ਹਾਂ ਤੇ ਤੂੰ ਜਿਹੜਾ ਨਾ ਚੁੱਪ ਕਰਕੇ ਆਪਣੇ ਆਪ ਮੰਨ ਜਾ, ਜਿਹੜਾ ਤੂੰ ਜੁਰਮ ਕੀਤੇ ਹੈ ਹੁਣ ਤੂੰ ਜੁਰਮ ਨੂੰ ਛੁਪਾਉਣ ਵਾਸਤੇ ਤੇ ਤੂੰ ਗੱਲ ਅੱਗੇ ਪਿੱਛੇ ਪਿਆ ਸਟੋਰੀਆਂ ਸੁਣਾਉਂਦੇ। ਉਹਨੇ ਆਖਿਆ ਮੈਂ ਸਟੋਰੀਆਂ ਨਹੀਂ ਸੁਣਾ ਰਿਹਾ, ਮੈਂ ਬਿਲਕੁਲ ਤੁਹਾਨੂੰ ਸਹੀ ਕਹਿ ਰਿਹਾ। ਉਹਨੇ ਆਖਿਆ ਅੱਛਾ। ਕਹਿੰਦਾ ਉਹਨਾਂ ਫੜ ਕੇ ਮੈਨੂੰ ਡੱਕ ਦਿੱਤਾ। ਕਹਿੰਦਾ ਉਹਨਾਂ ਕੁੱਟਣਾ ਸ਼ੁਰੂ ਕਰ ਦਿੱਤਾ, ਮੈਨੂੰ ਚੰਗਾ ਦਬਾ ਕੇ ਉਹਨਾਂ ਮੈਨੂੰ ਮਾਰਿਆ। ਕਹਿੰਦਾ ਮਾਰ ਕੇ ਤੇ ਮੈਨੂੰ ਆਂਦੇ ਆ ਦੱਸ ਕਿੱਥੇ ਹੀ ਬੱਚਾ। ਕਹਿੰਦਾ ਮੈਂ ਅੱਗੂ ਆਖਿਆ ਚਲੋ ਮੇਰੇ ਨਾਲ। ਕਹਿੰਦਾ ਜਿਸ ਵੇਲੇ ਮੈਂ ਉੱਥੋਂ ਨਿਕਲਿਆ ਤੇ ਕਹਿੰਦਾ ਅਚਾਨਕ ਜਿਹੜਾ ਨਾ ਮੇਰੇ ਜ਼ਿਹਨ 'ਚ ਉਹ ਜਗ੍ਹਾ ਹੀ ਨਿਕਲ ਗਈ ਕਿ ਜਗ੍ਹਾ ਹੈ ਕਿਹੜੀ ਸੀ ਜਿੱਥੇ ਉਹ ਬੱਚਾ ਦਫਨਾਇਆ ਸੀ। ਕਹਿੰਦਾ ਮੈਂ ਉਹਨਾਂ ਨੂੰ ਆਖਾਂ ਕਿ ਮੈਨੂੰ ਹੁਣ ਕੋ ਨਹੀਂ ਯਾਦ ਰਿਹਾ ਕਿ ਕਿੱਥੇ ਉਹ ਦਫਨਾਇਆ। ਉਹਨਾਂ ਆਖਿਆ ਨਾ ਤੈਨੂੰ ਸਾਰੀ ਗੱਲ ਦਾ ਪਤਾ ਹੈ ਤੇ ਤੂੰ ਹੁਣ ਸਾਨੂੰ ਦੱਸੇਂਗਾ। ਕਹਿੰਦਾ ਉਹ ਅੱਗੂ ਮੇਰੇ ਤੇ ਉਹ ਸਖਤੀ ਕਰਨ, ਚੰਗਾ ਭਲਾ ਇੱਕ ਹੋਰ ਰਾਤ ਰੱਖੀ ਉਹਨੇ ਅੰਦਰ। ਕਹਿੰਦਾ ਲੇਕਿਨ ਨਾ ਮੈਨੂੰ ਕੋ ਨਾ ਯਾਦ ਆਵੇ, ਮੈਨੂੰ ਯਾਦ ਆਵੇ ਤਾਂ ਮੈਂ ਇਹਨਾਂ ਨੂੰ ਦੱਸ ਦੇਣਾ ਸੀ। ਕਹਿੰਦਾ ਪਰ ਮੈਨੂੰ ਕੋ ਨਾ ਯਾਦ ਆ। ਕਹਿੰਦਾ ਅੱਗੂ ਜਿਨ੍ਹਾਂ ਦਾ ਬੱਚਾ ਗੁੰਮ ਹੋਇਆ ਸੀ ਉਹਨੂੰ ਇਸ ਵੇਲੇ ਇਤਲਾਹ ਦਿੱਤੀ ਉਹਨੇ। ਕਹਿੰਦਾ ਉਹ ਬੰਦਾ ਆਇਆ, ਕਹਿੰਦਾ ਮੈਂ ਸਾਹਮਣੇ ਤੱਕਣਾ ਪਿਆ, ਉੱਥੇ ਬੈਠਾ ਉਹਨਾਂ ਨਾਲ ਬਹਿ ਕੇ ਚਾਹ ਸ਼ਾਹ ਪੀਤੀ ਉਸ। ਕਹਿੰਦਾ ਮੇਰੇ ਕੋਲ ਆਇਆ ਟੁਰ ਕੇ, ਉਹਨੇ ਆਖਿਆ ਹੱਥ ਬੰਨ ਕੇ ਉਹਨੇ ਕਿਹਾ ਖੁਦਾ ਦਾ ਨਾਂ ਹੈ ਦੱਸ ਦੇ ਉਹ ਬੱਚਾ ਕਿੱਥੇ ਤੂੰ ਦਫਨਾਇਆ, ਕਿਉਂਕਿ ਮੇਰੀ ਬੀਵੀ ਤੇ ਪਾਗਲ ਹੋ ਚਲੀ ਹੈ, ਸਾਡਾ ਕੱਲਾ ਕੱਲਾ ਪੁੱਤਰ ਸੀ ਤੇ ਜਿਹੜਾ ਤੂੰ ਇਸ ਤਰ੍ਹਾਂ ਚੁੱਕ ਕੇ ਲੈ ਗਿਆ। ਉਹਨੇ ਆਖਿਆ ਮੈਂ ਕਿਉਂ ਤੁਹਾਡਾ ਪੁੱਤਰ ਚੁੱਕ ਕੇ ਖੜਨਾ, ਮੈਂ ਤੁਹਾਨੂੰ ਇਸ ਤਰ੍ਹਾਂ ਦਾ ਲੱਗਣਾ, ਮੈਂ ਤੇ ਆ ਕੇ ਇਹਨਾਂ ਨੂੰ ਦੱਸਿਆ। ਕਹਿੰਦਾ ਉਹ ਵੀ ਜਿਹੜਾ ਗੱਲ ਮੰਨਣ ਨੂੰ ਤਿਆਰ ਕੋਈ ਨਹੀਂ ਸੀ। ਕਹਿੰਦਾ ਫਿਰ ਮੈਨੂੰ ਨਾ ਅਚਾਨਕ ਜਿਹੜਾ ਯਾਦ ਆਇਆ ਕਿ ਬੱਚਾ ਕਿੱਥੇ ਹੈ। ਕਹਿੰਦਾ ਉਹ ਬੰਦਾ ਵੀ ਉੱਥੇ ਸੀ। ਕਹਿੰਦਾ ਮੈਂ ਕਿਹਾ ਮੈਨੂੰ ਯਾਦ ਆ ਗਿਆ ਕਿ ਕਿਹੜੀ ਜਗ੍ਹਾ ਤੇ ਹੈ। ਕਹਿੰਦਾ ਪੁਲਿਸ ਵਾਲਾ ਕਹਿੰਦਾ ਤੂੰ ਪਹਿਲਾਂ ਬੇਈਮਾਨੀਆਂ ਪਿਆ ਕਰਦਾ ਸੀ, ਜਾਣ ਬੁੱਝ ਕੇ ਤੂੰ ਇਹਨਾਂ ਦੇ ਸਾਹਮਣੇ ਹੁਣ ਤੂੰ ਜਿਹੜਾ ਉਹ ਦੱਸਣੇ ਪਿਆ ਕਿ ਮੈਨੂੰ ਯਾਦ ਆ ਗਿਆ। ਉਹਨੇ ਕਿਹਾ ਮੈਨੂੰ ਯਾਦ ਆ ਗਿਆ ਬਿਲਕੁਲ, ਮੈਨੂੰ ਨਾਲ ਲੈ ਚਲੋ। ਉਹਨੇ ਆਖਿਆ ਜੀ ਕੱਢੋ ਗੱਡੀ। ਕਹਿੰਦਾ ਜਿਸ ਵੇਲੇ ਗੱਡੀ ਕੱਢੀ ਤਾਂ ਕਹਿੰਦਾ ਬਿਠਾਇਆ ਤੇ ਕਹਿੰਦਾ ਉਹ ਪੁਲਿਸ ਵਾਲਾ ਤੇ ਉਹ ਬੰਦਾ ਜਿਹੜਾ ਆਪੇ 'ਚ ਗੱਲ ਕਰਨ ਲੱਗ ਪਏ। ਫਿਰ ਮੈਨੂੰ ਪਤਾ ਲੱਗਾ ਕਿ ਇਹ ਦੋਏ ਤੇ ਆਪੇ 'ਚ ਰਿਸ਼ਤੇਦਾਰ ਨੇ, ਚੰਗੀ ਭਲੀ ਕਹਿੰਦਾ ਕਲੋਜ਼ ਗੱਲ ਕਰ ਰਹੇ ਸੀ। ਕਹਿੰਦਾ ਜਿਸ ਵੇਲੇ ਉੱਥੇ ਪਹੁੰਚੇ ਕਹਿੰਦਾ ਮੈਂ ਕਿਹਾ ਇਸ ਜਗ੍ਹਾ ਤੇ ਬੱਚਾ ਜਿਹੜਾ ਨਾ ਉਹ ਦਫਨਾਇਆ ਗਿਆ। ਕਹਿੰਦਾ ਮੈਂ ਜਿਸ ਵੇਲੇ ਉਹਨਾਂ ਨੇ ਅੱਗੇ ਹੋ ਕੇ ਸੇ ਖੋਲਿਆ ਤੇ ਕਹਿੰਦਾ ਤੱਕਿਆ ਤੇ ਵਾਕਈ ਅੰਦਰ ਬੱਚਾ। ਕਹਿੰਦਾ ਉਹ ਬੰਦਾ ਰੋਣ ਲੱਗ ਪਿਆ। ਉਹਨੇ ਆਖਿਆ ਇਹ ਤੇ ਮੇਰਾ ਹੀ ਬੱਚਾ ਹੈ। ਕਹਿੰਦਾ ਉਹ ਬੜਾ ਰੋਇਆ ਢਾਵਾਂ ਮਾਰ ਕੇ। ਉਹਨੇ ਆਖਿਆ ਬੀਵੀ ਮੇਰੀ ਤੇ ਅੱਗੇ ਹੀ ਪਾਗਲ ਹੋਈ ਹੈ। ਕਹਿੰਦਾ ਬੀਵੀ ਨੂੰ ਹੁਣ ਕੋਈ ਨਹੀਂ ਦੱਸਣਾ ਕਿ ਜਿਹੜਾ ਇਸ ਤਰ੍ਹਾਂ ਬੱਚਾ ਜਿਹੜਾ ਮਾਰਿਆ ਗਿਆ। ਕਹਿੰਦਾ ਉਹਨੇ ਬਾਹਰ ਮੈਨੂੰ ਫੜ ਕੇ ਗਲਮੇ ਤੋਂ ਤੇ ਫਿਰ ਸੱਟਿਆ ਅੰਦਰ ਸਿੱਧਾ ਗੱਡੀ 'ਚ। ਕਹਿੰਦੇ ਇਸੇ ਗੱਡੀ ਸੱਟਿਆ ਤੇ ਕਹਿੰਦਾ ਉਹ ਬੰਦਾ ਜਿਹਦਾ ਬੱਚਾ ਸੀ ਗਿਆ ਜ਼ਾਇਆ ਹੋਇਆ ਸੀ। ਕਹਿੰਦਾ ਮੈਂ ਉਹਨੂੰ ਆਖਿਆ ਕਿ ਮੈਂ ਇਸ ਤਰ੍ਹਾਂ ਜਿਹੜਾ ਇਹਨਾਂ ਨੂੰ ਆ ਕੇ ਦੱਸਿਆ ਮੈਂ ਤੁਹਾਡੇ ਬੱਚੇ ਨੂੰ ਨਹੀਂ ਮਾਰਿਆ, ਤੁਸੀਂ ਬੇਸ਼ੱਕ ਜਾ ਕੇ ਉੱਥੋਂ ਪਤਾ ਕਰ ਲਓ, ਮੈਂ ਤੇ ਮਜ਼ਦੂਰੀ ਕਰਨ ਵਾਲਾ ਬੰਦਾ, ਮੈਂ ਕਿਸ ਤਰ੍ਹਾਂ ਕਰ ਸਕਣਾ। ਕਹਿੰਦਾ ਬਹਰਹਾਲ ਜਿਸ ਵੇਲੇ ਮੈਨੂੰ ਉੱਥੇ ਥਾਣੇ ਲੈ ਗਏ। ਕਹਿੰਦਾ ਉਸ ਬੰਦੇ ਨੇ ਆਖਿਆ ਜੀ ਮੈਂ ਇਸ ਬੰਦੇ ਤੇ ਕੇਸ ਨਹੀਂ ਕਰਨਾ, ਇਸ ਬੰਦੇ ਨੇ ਅਗਰ ਮਾਰਿਆ ਵੀ ਹੈ ਤੇ ਮੈਂ ਜਿਹੜਾ ਇਹਨੂੰ ਮਾਫ ਕਰਨਾ। ਕਹਿੰਦਾ ਪੁਲਿਸ ਵਾਲਾ ਆਗੂ ਕਹਿੰਦਾ ਤੇਰਾ ਦਿਮਾਗ ਖਰਾਬ ਹੈ, ਇਹਨੇ ਮਾਰਿਆ, ਇਹਨੂੰ ਸਜ਼ਾ ਹੋਣੀ ਚਾਹੀਦੀ। ਉਹਨੇ ਕਿਹਾ ਨਹੀਂ ਮੈਂ ਇਹਨੂੰ ਕੋਈ ਸਜ਼ਾ ਨਹੀਂ ਦਿਵਾਉਣਾ ਚਾਹੁੰਦਾ, ਤੁਸੀਂ ਮਿਹਰਬਾਨੀ ਕਰਕੇ ਇਹਨੂੰ ਛੱਡ ਦਿਓ, ਇਹਦੇ ਤੇ ਤੁਸੀਂ ਕੋਈ ਸਖਤੀ ਨਾ ਕਰੋ। ਕਹਿੰਦਾ ਉਹਨਾਂ ਮੈਨੂੰ ਛੱਡ ਦਿੱਤਾ। ਕਹਿੰਦਾ ਜਿਸ ਵੇਲੇ ਛੱਡਿਆ ਤਾਂ ਮੈਨੂੰ ਉਹਨੇ ਨਾਲ ਬਿਠਾਇਆ ਗੱਡੀ ਤੇ। ਕਹਿੰਦਾ ਗੱਡੀ ਤੇ ਬਿਠਾ ਕੇ ਤੇ ਮੈਨੂੰ ਆਪਣੇ ਘਰ ਲੈ ਗਿਆ। ਕਹਿੰਦਾ ਉੱਥੇ ਘਰ ਰਾਹ 'ਚ ਮੈਨੂੰ ਉਹਨੇ ਆਖਿਆ ਕਿ ਇਸ ਤਰ੍ਹਾਂ ਮੇਰੀ ਬੀਵੀ ਨਾਲ ਕੋਈ ਗੱਲ ਨਹੀਂ ਕਰਨੀ, ਕਿਸੇ ਕਿਸਮ ਦੀ ਵੀ, ਤੇਰੀ ਮਿਹਰਬਾਨੀ ਹੈ, ਕਿਉਂਕਿ ਉਹ ਅੱਗੇ ਜਿਹੜਾ ਇੰਤਜ਼ਾਰ ਕਰੀ ਹੈ ਕਿ ਮੇਰਾ ਮੁੰਡਾ ਕਿਧਰੋਂ ਨਾ ਕਿਧਰੋਂ ਆ ਜਾਏਗਾ। ਕਹਿੰਦਾ ਬਹਰਹਾਲ ਮੈਂ ਜਿਸ ਉਹਨਾਂ ਦੇ ਘਰ ਪਹੁੰਚਿਆ ਉਹਨੇ ਨੌਕਰ ਨੂੰ ਬੁਲਾਇਆ, ਰੋਟੀ ਛੋਟੀ ਮੈਨੂੰ ਖਵਾ ਲਈ। ਕਹਿੰਦਾ ਰੋਟੀ ਛੋਟੀ ਜਿਸ ਵੇਲੇ ਮੈਂ ਖਾ ਰਿਹਾ ਮੈਨੂੰ ਕਹਿੰਦਾ ਕਿ ਯਾਰ ਤੈਨੂੰ ਜਿਸ ਤਰ੍ਹਾਂ ਤੂੰ ਗੱਲ ਪਿਆ ਦੱਸਣਾ ਕਿ ਤੈਨੂੰ ਬਜ਼ੁਰਗ ਮਿਲੇ ਨੇ, ਯਾਰ ਬੜੀ ਕੋਈ ਮੌਜਜ਼ੇ ਵਾਲੀ ਗੱਲ ਹੈ, ਇਸ ਤਰ੍ਹਾਂ ਹੋ ਨਹੀਂ ਸਕਦਾ। ਉਹਨੇ ਕਿਹਾ ਜੀ ਬਿਲਕੁਲ ਮੇਰੇ ਨਾਲ ਇਹ ਵਾਕਿਆ ਹੋਇਆ ਹੈ। ਉਹਨੇ ਆਖਿਆ ਜੀ ਬਿਲਕੁਲ ਮੇਰੇ ਨਾਲ ਵਾਕਿਆ ਹੋਇਆ ਹੈ। ਕਹਿੰਦਾ ਬਹਰਹਾਲ ਉੱਥੇ ਬਹਿ ਗਿਆ। ਕਹਿੰਦਾ ਮੈਨੂੰ ਉਹਨੇ ਕੋਈ 2 ਲੱਖ ਰੁਪਈਆ ਜਦੋਂ ਉਹਨੇ ਕਿਹਾ ਲੈ ਤੂੰ ਪੈਸੇ ਲੈ ਜਾ ਤੇ ਬਾਕੀ ਗੱਲ ਮੈਨੂੰ ਸਮਝ ਆ ਗਈ ਆ ਮੇਰੇ ਨਾਲ ਕੀ ਹੋਇਆ। ਉਹਨੇ ਆਖਿਆ ਉਹਨੇ ਮੈਨੂੰ 2 ਲੱਖ ਰੁਪਈਆ ਦਿੱਤਾ ਤੇ ਮੈਨੂੰ ਕਹਿੰਦਾ ਤੂੰ ਜਾ, ਮੈਨੂੰ ਸਮਝ ਆ ਗਈ ਆ ਕਿ ਕਿਹਨੇ ਕੀਤਾ ਮੇਰੇ ਬੱਚੇ ਨਾਲ। ਕਹਿੰਦਾ ਮੈਂ ਕਿਹਾ ਕਿਹਨੇ ਕੀਤਾ। ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਪੁਲਿਸ ਵਾਲਾ ਤੁਹਾਡਾ ਕੀ ਲੱਗਦਾ ਹੈ। ਕਹਿੰਦਾ ਇਸ ਤਰ੍ਹਾਂ ਦੱਸਿਓ ਕਿ ਮੇਰਾ ਸੱਕਾ ਭਰਾ ਹੈ। ਕਹਿੰਦਾ ਤੁਹਾਡਾ ਸੱਕਾ ਭਰਾ ਹੈ। ਤੇ ਮੈਂ ਇਸ ਨੂੰ ਦੱਸਿਆ ਮੈਂ ਇਸ ਲਈ ਇੱਥੇ ਪਹੁੰਚਿਆ ਸਾਂ ਸਟੇਸ਼ਨ ਤੇ, ਮੈਨੂੰ ਲੈ ਕੇ ਥਾਣੇ ਲਿਆ ਕੇ ਡੱਕ ਕੇ ਮੈਨੂੰ ਬੜਾ ਮਾਰਿਆ ਨੇ, ਉਲਟਾ ਮੈਂ ਮਦਦ ਕਰਨ ਆਇਆ ਸਾਂ ਤੇ ਉਲਟਾ ਮੈਨੂੰ ਉਹਨਾਂ ਨੇ ਜੁਰਮ ਉਹਦੇ ਮੇਰੇ ਤੇ ਸਾਬਤ ਕਰ ਦਿੱਤਾ। ਉਹਨੇ ਆਖਿਆ ਕੋਈ ਗੱਲ ਨਹੀਂ ਤੂੰ ਜਾ, ਮੈਨੂੰ ਸਮਝ ਆ ਗਈ ਹੈ ਮੇਰੇ ਭਰਾ ਦੀ ਵੀ ਕੋਈ ਔਲਾਦ
ਔਲਾਦ ਨਹੀਂ, ਇਹ ਸਾਰੇ ਕਰਤੂਤ ਉਹਦੇ ਨੇ। ਉਹਨੇ ਆਖਿਆ ਕਿ ਦੂਜੇ ਭਰਾ ਦਾ ਜਿਹੜਾ ਕੱਲਾ ਕੱਲਾ ਬੱਚਾ ਇਹਨੂੰ ਵੀ ਖਤਮ ਕਰੋ, ਕਿਉਂਕਿ ਕਹਿੰਦਾ ਅਕਸਰ ਸਾਡੇ ਘਰ ਆਉਂਦੇ ਸੀ ਤੇ ਜਨਾਨੀ ਮੇਰੀ ਜਿਹੜੀ ਆ ਬੱਚੇ ਨਾਲ ਬੜਾ ਲਾੜ ਲੂੜ ਕਰਨ ਲੱਗੀ ਹੁੰਦੀ ਸੀ, ਤੇ ਕਹਿੰਦਾ ਤੂੰ ਜਾ, ਕਹਿੰਦਾ ਰੁਪਈਆ 2 ਲੱਖ ਦਿੱਤੀ ਉਹਨੂੰ, ਮੈਂ ਲੈ ਕੇ ਘਰ ਆ ਗਿਆ। ਕਹਿੰਦਾ ਜਿਸ ਵੇਲੇ ਮੈਂ ਘਰ ਆਇਆ ਬੀਵੀ ਖੁਸ਼ ਹੋ ਗਈ, ਚਲੋ ਪੈਸੇ ਲੱਭ ਗਏ ਨੇ। ਕਹਿੰਦਾ ਮੇਰਾ ਜ਼ਮੀਰ ਨਾ ਮੰਨੇ ਕਿ ਮੈਂ ਪੈਸੇ ਕਿਸ ਤਰ੍ਹਾਂ ਲਵਾਂ, ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੇ ਕੋਲ ਪੈਸੇ ਕੀ ਕਰਾਂ। ਕਹਿੰਦਾ ਬਾਰਾ ਬੀਵੀ ਨੇ ਆਖਿਆ ਚਲੋ ਅੱਲਾ ਨੂੰ ਮਦਦ ਹੈ, ਹੁਣ ਤੁਸੀਂ ਰੱਖ ਲਓ। ਕਹਿੰਦਾ ਬਾਰਾ ਮੈਂ ਪੈਸੇ ਰੱਖ ਲਏ ਤੇ ਅਜੇ ਤੱਕ ਮੈਨੂੰ ਯਕੀਨ ਨਹੀਂ ਆਉਂਦਾ ਕਿ ਇਸ ਤਰ੍ਹਾਂ ਮੈਨੂੰ ਉਹ ਬਜ਼ੁਰਗ ਮਿਲੇ ਸੀ ਤੇ ਮੈਨੂੰ ਸਪੈਸ਼ਲ ਚੁਣਿਆ ਗਿਆ ਸੀ ਇਸ ਕੰਮ ਵਾਸਤੇ, ਤੇ ਮੈਂ ਜਾ ਕੇ ਦੱਸਿਆ ਸੀ ਕਿ ਕਿੱਥੇ ਆ ਬੱਚਾ ਦਫਨਾਏ ਆ। ਇਸ ਤਰ੍ਹਾਂ ਵੀ ਹੋ ਜਾਂਦਾ, ਜਿਹੜਾ ਨਾ ਰਹਿੰਦਾ ਹੁੰਦਾ ਉਹੀ ਹੋਵੇ ਸਕਦਾ ਤੁਹਾਡਾ ਕਾਤਲ ਹੋਵੇ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਕੋਸ਼ਿਸ਼ ਕਰਿਆ ਕਰੋ, ਲਾਈਕ ਵੀ ਮਾਰਿਆ ਕਰੋ, ਕਮੈਂਟਸ ਵੀ ਮਾਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾ ਹਾਫਿਜ਼।